ਹੈਲੋ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਸੋ ਬੱਚੇ, ਇਸ ਵੀਡੀਓ ਦੇ ਵਿੱਚ ਅਸੀਂ +1 ਕਲਾਸ ਦੇ ਨੈਕਸਟ ਟੌਪਿਕ ਕਰਨ ਜਾ ਰਹੇ ਹਾਂ, ਐਰਰ, ਜੋ ਕਿ ਬੱਚੇ ਸਾਡੀ ਇਸ ਯੂਨਿਟ ਦੀ ਲਾਸਟ ਵੀਡੀਓ ਆ। ਠੀਕ ਹੈ, ਇਸ ਤੋਂ ਇਲਾਵਾ ਬੱਚੇ ਅਗਰ ਤੁਹਾਨੂੰ ਕਿਸੇ ਵੀ ਟੌਪਿਕ ਦੇ ਵਿੱਚ ਫਸਟ ਯੂਨਿਟ 'ਚ ਪ੍ਰੋਬਲਮ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ। ਸੋ ਸਾਡੀ ਬੱਚੇ ਇਸ ਯੂਨਿਟ ਦੀ ਲਾਸਟ ਵੀਡੀਓ ਆ ਫਾਰਮੂਲਾ ਯੂਜ਼ਡ। ਇਹਦੇ ਵਿੱਚ ਅਸੀਂ ਕਿਹੜੇ ਫਾਰਮੂਲੇ ਯੂਜ਼ ਕਰਦੇ ਹਾਂ। Z=A+B। ਜਦੋਂ ਬੱਚੇ ਇਹਨੂੰ ਮੈਕਸੀਮਮ ਫਾਰਮ ਦੇ ਵਿੱਚ ਜਾਂ ਐਰਰ ਦੀ ਫਾਰਮ ਦੇ ਵਿੱਚ ਲਿਖਣਾ, ਅਸੀਂ ਲਿਖਾਂਗੇ ਡੈਲਟਾ Z=ΔA+ΔB। ਨੈਕਸਟ ਫਾਰਮੂਲਾ ਦੇਖੋ, ਅਗਰ ਤੁਹਾਨੂੰ Z ਦੀ ਵੈਲਿਊ A-B ਗਿਵਨ ਹੈ, ਦੈਨ ਦ ਮੈਕਸੀਮਮ ਵੈਲਿਊ ਪੋਸੀਬਲ ਐਰਰ ਇਨ Z, ਤਾਂ ਪੋਸੀਬਲ ਐਰਰ ਤਾਂ ਵੀ ਅਸੀਂ ਪੋਜ਼ੀਟਿਵ ਦੇ ਵਿੱਚ ਹੀ ਕਰਾਂਗੇ। ਠੀਕ ਹੈ, ਇੱਥੇ ਬੱਚੇ ਥੋੜ੍ਹੀ ਜਿਹੀ ਗਲਤੀ ਕਰ ਦਿੰਦੇ ਆ। ਜਦੋਂ Z ਦੀ ਵੈਲਿਊ A+B ਹੁੰਦੀ ਆ, ਤਾਂ ਜਦੋਂ ਅਸੀਂ ਉਹਦਾ ਮੈਕਸੀਮਮ ਪੋਸੀਬਲ ਐਰਰ ਨਿਕਾਲਣਾ, ਉਦੋਂ ਪਲੱਸ ਹੁੰਦਾ ਆ। ਬਾਏ ਰੂਲ ਸਾਨੂੰ ਪਤਾ, ਜਦੋਂ ਨੈਗੇਟਿਵ ਨਿਕਾਲਦੇ ਆ ਤਾਂ ਬਾਏ ਰੂਲ ਜਿਹੜਾ ਆ ਪਲੱਸ ਦੀ ਜਗ੍ਹਾ 'ਤੇ ਨੈਗੇਟਿਵ ਸਾਈਨ ਲਗਾ ਦਿੰਦੇ ਆ, ਜਿਹਦੀ ਵਜ੍ਹਾ ਨਾਲ ਤੁਹਾਡਾ ਨੂਮੈਰੀਕਲ ਗਲਤ ਚੱਲ ਜਾਂਦਾ ਹੈ। ਸੋ ਧਿਆਨ ਰੱਖਣਾ, Z ਦੀ ਵੈਲਿਊ ਚਾਹੇ ਪੋਜ਼ੀਟਿਵ ਹੋਵੇ ਚਾਹੇ ਨੈਗੇਟਿਵ, ਫਾਰਮੂਲਾ ਇਜ਼ ਸੇਮ ਫॉर बोथ टर्म्स। ਨੈਕਸਟ ਦੇਖੋ, ਇਫ Z=A+B। ਬੱਚੇ ਲਾਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀਗਾ ਕਿ ਕੁਐਸਚਨ ਨੰਬਰ 3 ਕੁਐਸਚਨਸ ਮੈਂ ਤੁਹਾਨੂੰ ਕਿਹਾ ਸੀਗਾ ਕਿ ਇਹ ਸਕਿਪ ਕਰ ਦਿਓ, ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਕਰਵਾਉਂਗੀ। ਉਹਦੇ ਵਿੱਚ ਬੱਚੇ ਕਾਫੀ ਬੱਚਿਆਂ ਨੇ ਉਹੀ ਸੇਮ ਨੂਮੈਰੀਕਲ ਸੋਲਵ ਕੀਤੇ ਔਰ ਕਮੈਂਟ ਵੀ ਆਏ ਕਿ ਮੈਮ ਪਲੀਜ਼ ਇਹ ਨੂਮੈਰੀਕਲ ਸੋਲਵ ਕਰਵਾ ਦਿਓ। ਬੱਚੇ ਉਹ 'ਚ ਇਹ ਵਾਲਾ ਫਾਰਮੂਲਾ ਯੂਜ਼ ਹੋਣਾ ਸੀ। ਅਗਰ ਤੁਹਾਨੂੰ Z ਮਲਟੀਪਲਾਈ ਦੇ ਵਿੱਚ ਗਿਵਨ ਆ AB, ਦੈਨ ਮੈਕਸੀਮਮ ਫ੍ਰੈਕਸ਼ਨਲ ਜਾਂ ਰਿਲੇਟਿਵ ਐਰਰ ਕਿਸ ਤਰੀਕੇ ਨਾਲ ਨਿਕਾਲਾਂਗੇ, ΔZ/Z=ΔA/A+ΔB/B। ਠੀਕ ਹੈ ਜੀ। ਅਗਰ ਤੁਹਾਨੂੰ Z ਡਿਵਾਈਡ ਦੇ ਵਿੱਚ ਹੋਵੇ, ਦੈਨ ਚਾਹੇ ਮਲਟੀਪਲਾਈ 'ਚ ਹੋਵੇ ਚਾਹੇ ਡਿਵਾਈਡ 'ਚ ਹੋਵੇ, ਬੱਚੇ ਫਾਰਮੂਲਾ ਸੇਮ ਆ। ਜਿੱਦਾਂ Z ਦੀ ਵੈਲਿਊ A+B ਚਾਹੇ A-B ਹੋਵੇ ਤਾਂ Z ਦੀ ਵੈਲਿਊ ਸੇਮ ਆ। ਸਿਮਿਲਰਲੀ ਇਨ ਦਾ ਨੈਕਸਟ ਕੇਸ, ਚਾਹੇ A-B ਆਵੇ ਚਾਹੇ A/B ਆਵੇ, ਤਾਂ ਦੋਨਾਂ ਕੇਸਿਸ ਦੇ ਵਿੱਚ ਜਿਹੜਾ ਫਾਰਮੂਲਾ ਆ ਤੁਹਾਡਾ ਸੇਮ ਰਹੇਗਾ। ਨੈਕਸਟ ਆ, ਮੰਨ ਲਓ ਤੁਹਾਨੂੰ Z ਦੀ ਵੈਲਿਊ A⁴n ਆਵੇ, ਦਾ ਮੈਕਸੀਮਮ ਰਿਲੇਟਿਵ ਐਰਰ ਕਿਸ ਤਰੀਕੇ ਨਾਲ ਨਿਕਾਲਾਂਗੇ। ਮੰਨ ਲਓ ਤੁਹਾਡੇ ਕੋਲ ਕੋਈ ਬੱਚੇ ਟਰਮ ਆ ਗਈ x² + 2x⁴, ਦੈਨ ਇਹਨੂੰ ਕਿੱਦਾਂ ਸੋਲਵ ਕਰਨਾ। ਜਿਹੜਾ ਆਹ ਵਾਲਾ 2 ਆ ਉਹ ਅੱਗੇ ਆ ਜਾਣਾ, 2 ਅੱਗੇ ਆ ਜਾਏਗਾ, x ਦਾ ਕੀ ਬਣ ਜਾਏਗਾ ΔX/X। ਕਲੀਅਰ ਹੋ ਗਈ ਆ ਟਰਮ। ਸਿਮਿਲਰਲੀ ਅਗਰ ਆ 4 ਹੈ ਤਾਂ 4 ਅੱਗੇ ਆ ਜਾਏਗਾ, 4 2 ਆ 8, 8x ΔX/X। ਕਲੀਅਰ ਹੋ ਗਈ ਬੱਚੇ ਆ ਚੀਜ਼। ਸੋ ਅਗਰ ਤੁਹਾਨੂੰ ਕਿਸੇ x ਦੀ a ਦੀ ਪਾਵਰ ਦੀ ਫਾਰਮ ਦੇ ਵਿੱਚ ਕੁਝ ਲਿਖਿਆ ਹੋਇਆ ਤਾਂ ਉਹ ਪਾਵਰ ਜਿਹੜੀ ਆ ਫਰੰਟ 'ਤੇ ਆ ਜਾਏਗੀ। ਨੈਕਸਟ ਆ, ਅਗਰ ਰੇਸ਼ੋ ਦੇ ਵਿੱਚ ਲਿਖਿਆ ਹੋਵੇ, ਹੁਣ ਦੇਖੋ, ਅਗਰ ਮੰਨ ਲਓ ਤੁਹਾਡੇ ਕੋਲ ਟਰਮ ਆ ਕੁਛ x² y² ਡਿਵਾਈਡਡ ਬਾਈ z², ਹੁਣ z² ਵਾਲੀ ਟਰਮ ਨੂੰ ਡਿਵਾਈਡ ਵਿੱਚ ਆ ਗਈ ਤਾਂ ਵੀ ਰੂਲ ਜਿਹੜਾ ਆ ਤੁਹਾਡਾ ਸੇਮ ਰਹੇਗਾ। ਧਿਆਨ ਨਾਲ ਦੇਖ ਲਓ, ਸੇਮ ਰਹੇਗਾ। ਹੁਣ ਤੁਹਾਡੇ ਕੋਲ ਕੀ ਆ ਗਿਆ, ਉੱਧਰ ਕੀ ਸੀ ਪਾਵਰ ਉਹਦੀ m। ਧਿਆਨ ਨਾਲ ਦੇਖ ਲਓ ਬੱਚੇ, a ਦੀ ਪਾਵਰ m, b ਦੀ ਪਾਵਰ n, a ਦੀ ਪਾਵਰ m ਸੀ, m ਬੱਚੇ ਅੱਗੇ ਆ ਗਿਆ, ਬਣ ਗਿਆ ΔA/A। b ਦੀ ਪਾਵਰ n ਹੈ, ਸੋ n ਅੱਗੇ ਆ ਗਿਆ ΔB/B, ਡਿਵਾਈਡਡ ਬਾਈ c ਸੀ। ਠੀਕ ਹੈ, ਉਹਦੀ ਪਾਵਰ ਸੀ, ਸੋ ਸਿਮਿਲਰਲੀ r ਅੱਗੇ ਆ ਗਿਆ, ਇੱਥੇ ਆ ਗਿਆ ΔC/C। ਸੋ ਅਗਰ ਡਿਵਾਈਡ ਦੇ ਵਿੱਚ ਵੀ ਲਿਖਿਆ ਹੋਇਆ ਤਾਂ ਵੀ ਉਹਨੂੰ ਇਸ ਤਰੀਕੇ ਦੇ ਨਾਲ ਹੀ ਲਿਖਾਂਗੇ। ਡਨ। ਨੈਕਸਟ ਆ ਬੱਚੇ ਪਰਸੈਂਟੇਜ ਐਰਰ ਇਨ Z। ਅਗਰ ਤੁਸੀਂ ਪਰਸੈਂਟੇਜ ਐਰਰ ਨਿਕਾਲਣਾ ਆ, ਕੀ ਕਰੋਗੇ, ਹਰ ਇੱਕ ਟਰਮ ਨੂੰ ਜਿਹੜਾ 100 ਦੇ ਨਾਲ ਅਗਰ ਤੁਸੀਂ ਮਲਟੀਪਲਾਈ ਕਰੋਗੇ ਤਾਂ ਤੁਹਾਡੀ ਪਰਸੈਂਟੇਜ ਐਰਰ ਆ ਜਾਏਗਾ। ਦੇਖ ਲਓ, ਬਾਕੀ ਇਕੁਏਸ਼ਨ ਸੇਮ ਆ, ਬਸ ਹਰ ਟਰਮ ਨੂੰ ਅਸੀਂ 100 ਦੇ ਨਾਲ ਮਲਟੀਪਲਾਈ ਕਰ ਦਿੱਤਾ। ਨੈਕਸਟ ਦੇਖੋ, ਯੂਨਿਟ ਜਿਹੜੇ ਇਹਦੇ ਵਿੱਚ ਯੂਜ਼ ਹੁੰਦੇ ਆ, ਮੈਕਸੀਮਮ ਪੋਸੀਬਲ ਐਰਰ ਪੋਜ਼ੈਸ ਦ ਸੇਮ ਯੂਨਿਟ ਐਜ਼ ਦੈਟ ਆਫ ਦ ਇਨਵੋਲਵਡ ਫਿਜ਼ੀਕਲ ਕੁਆਂਟੀਟੀਜ਼, ਬਟ ਰਿਲੇਟਿਵ ਔਰ ਫ੍ਰੈਕਸ਼ਨਲ ਐਰਰਸ ਹੈਜ਼ ਨੋ ਯੂਨਿਟਸ। ਜਿਹੜੇ ਫ੍ਰੈਕਸ਼ਨਸ ਦੇ ਵਿੱਚ ਲਿਖੇ ਜਾ ਰਹੇ ਆ, ਜਿੱਦਾਂ ΔC/C ਹੈ, ਫ੍ਰੈਕਸ਼ਨ ਦੇ ਵਿੱਚ ਲਿਖੇ ਗਏ, ਅਤੇ ਇਹਨਾਂ ਦੇ ਕੋਈ ਵੀ ਯੂਨਿਟਸ ਨਹੀਂ ਹੋਣਗੇ। ਅਦਰਵਾਈਜ਼ ਜੋ ਉਹਨਾਂ ਦੇ ਨੋਰਮਲ ਯੂਨਿਟਸ ਆ ਉਹੀ ਰਹਿਣਗੇ। ਸੋ ਆਪਾਂ ਬੱਚੇ ਫਸਟ ਕੁਐਸਚਨ ਤੋਂ ਸਟਾਰਟ ਕਰਦੇ ਹਾਂ। ਪਹਿਲਾਂ ਕੁਐਸਚਨਸ ਨੂੰ ਸਿੰਪਲ ਫਾਰਮ ਦੇ ਵਿੱਚ ਸਮਝ ਲਓ, ਦੈਨ ਆਪਾਂ ਇਹਦੀ MCQs ਸਟਾਰਟ ਕਰਦੇ ਹਾਂ। ਨੰਬਰ 1 ਕੀ ਆ, ਦ ਟੈਂਪਰੇਚਰ ਆਫ ਦ 2 ਬੋਡੀਜ਼ ਮੈਜਰਡ ਬਾਈ ਅ ਥਰਮਾਮੀਟਰ ਆਰ T1 ਦੀ ਵੈਲਿਊ ਬੱਚੇ ਗਿਵਨ ਐਂਡ T2 ਦੀ ਵੈਲਿਊ ਗਿਵਨ ਆ। ਵਟ ਵਿਲ ਬੀ ਦ ਟੈਂਪਰੇਚਰ ਡਿਫਰੈਂਸ ਐਂਡ ਐਰਰ ਹੇਅਰ ਇਨ। ਹੁਣ ਉਹਨਾਂ ਨੇ ਕਿਹਾ ਡਿਫਰੈਂਸ ਪਤਾ ਕਰਨਾ। ਟੈਂਪਰੇਚਰ ਡਿਫਰੈਂਸ ਦਾ ਮਤਲਬ ਕੀ ਹੈ ਕਿ ਵੱਡੀ ਟਰਮ 'ਚੋਂ ਅਸੀਂ ਛੋਟੀ ਟਰਮ ਕੀ ਕਰਾਂਗੇ, ਮਾਈਨਸ। ਸੋ ਕੀ ਆਏਗਾ T2 - T1। ਡਨ। ਇੰਨੀ ਗੱਲ ਕਲੀਅਰ ਹੋ ਗਈ। ਆ ਬੱਚੇ ਤੁਹਾਡਾ ਇੱਥੇ ਮੇਨ ਪੁਆਇੰਟ ਕੀ ਆ, ਦਿਸ ਇਜ਼ T, ਦਿਸ ਇਜ਼ ਆਲਸੋ T, ਬਟ ਇਹਨੂੰ ਆਪਾਂ T1 ਲਿਖ ਲਾਂਗੇ, ਇਹਨੂੰ T2। ਆ ਕੀ ਆ ਤੁਹਾਡੀ
term delta t, this term is also delta t। ਹੁਣ ਧਿਆਨ ਨਾਲ ਦੇਖੋ ਬੱਚੇ, T2 ਚੋਂ 50 ਵਿੱਚੋਂ ਅਸੀਂ 20 ਕੀ ਕਰ ਦਿੱਤਾ ਮਾਈਨਸ, 50 ਚੋਂ 20 ਗਏ ਆ ਗਿਆ 30, ਠੀਕ ਹੈ ਜੀ। ਨੈਕਸਟ ਟਰਮ ਅਸੀਂ ਆਲਵੇਜ਼ ਸੈਂਟਰ ਦੇ ਵਿੱਚ ਕੀ ਲਿਖਣਾ ਹੁੰਦਾ ਆ, ਬਾਏ ਰੂਲ ਵਿੱਚ ਅਸੀਂ ਪੋਜ਼ੀਟਿਵ ਹੀ ਲਿਖਾਂਗੇ, ਠੀਕ ਹੈ। ਸੋ ਬਾਏ ਰੂਲ ਆ ਦੋਨੋਂ ਟਰਮਸ ਕੀ ਹੋ ਜਾਣਗੀਆਂ, ਐਡ ਹੋ ਜਾਣਗੀਆਂ। ਸੋ 0.5 ਪਲੱਸ 0.5 ਕਿੰਨਾ ਆ ਜਾਏਗਾ, 1 ਡਿਗਰੀ ਸੈਲਸੀਅਸ। याद रखना बच्चे, जो तुसी T2 माइनस T1 करना आ, T अगे वाली टर्म्स की आ थोड़ियाँ T, ठीक है, T प्लस T आ जाएगा, T माइनस सॉरी, क्योंकि उन्होंने डिफरेंस कढ़न नूं क्या आ, सेंटर च की आ प्लस माइनस का साइन, पिछे वाले जो डेल्टा T1 प्लस डेल्टा T2, डेल्टा वालियां टर्म्स बच्चे हमेशा ही ऐड होणगियां, चाहे वो पॉजिटिव करन नूं कह, ऐड करन नूं कहन, एडिशन करन नूं कहन, चाहे सबट्रैक्शन करन नूं कहन। सो डिफरेंस लेना होवे, एडिशन करनी होवे, ऑलवेज डेल्टा वालियां टर्म्स हमेशा ही ऐड होणगियां। सो मोस्टली बच्चे इत्थे कन्फ्यूज़ होंदे आ कि मैम 0.5 दे नाल तां 0.5 कैंसल आउट हो गया, इत्थे 0 डिग्री आना चाहिदा सी। सो असीं रूल दे अकॉर्डिंगली चलना आ, पहलियां वालियां टर्म्स माइनस होणगियां, पिछे वाली जिहड़ी टर्म्स आ डेल्टा वालियां टर्म्स आ वो ऐड हुंदियां ऑलवेज, क्योंकि स्मॉल टर्म है। नैक्सट चलो, द लेंथ एंड द ब्रैथ ऑफ अ रिक्टेंगल आर इन्नी और इन्नी, ਇਹਦਾ मतलब लेंथ और ब्रैथ मतलब आ ਤੁਹਾਨੂੰ L गिवन है और ਤੁਹਾਨੂੰ ब्रैथ गिवन है। कैलकुलेट द एरिया ऑफ रिक्टेंगल विद एरर लिमिट। ਹੁਣ ਧਿਆਨ ਨਾਲ ਦੇਖੋ ਬੱਚੇ, ਤੁਹਾਨੂੰ ਏਰੀਆ फाइंड आउट ਕਰਨ ਲਿਖਿਆ, ਏਰੀਆ ਕਿਹਦੇ ਇਕੁਅਲ ਹੈ, L इंटू B। ਇਹਦਾ मतलब ਅਸੀਂ ਇੱਥੇ ਫਾਰਮੂਲਾ ਕਿਹੜਾ ਲਗਾਵਾਂਗੇ, ਮਲਟੀਪਲੀਕੇਸ਼ਨ ਵਾਲਾ। ਸੋ ਮਲਟੀਪਲੀਕੇਸ਼ਨ ਕਿਸ ਤਰੀਕੇ ਨਾਲ ਲਗਾਵਾਂਗੇ, ਜਦੋਂ ਅਸੀਂ ਮਲਟੀਪਲਾਈ ਕਰਨਾ ਬੱਚੇ ਹਮੇਸ਼ਾ ਹੀ ਡੈਲਟਾ ਵਾਲੀਆਂ ਟਰਮ ਨੂੰ ਭੁੱਲ ਜਾਓ ਪਹਿਲਾਂ, मतलब ਛੋਟੀਆਂ ਟਰਮਸ ਨੂੰ ਭੁੱਲ ਜਾਓ, ਅੱਗੇ ਵਾਲੀ ਟਰਮਸ ਚੱਕੋ। 11.4 6.8, सो 11.4 मल्टीप्लाई बाय 6.8, सो दोनों ਨੂੰ मल्टीप्लाई किया वी गेट 7752। सो इनू राउंड ऑफ कर लिया, क्योंकि एक घट्टो घट्ट एक जिहड़े बच्चे फिगर आ पॉइंट तो बाद जिन्ने फिगर हुंदी आ घट्टो घट्ट असी उन्ना ही लिखना हुंदा आ। सो इत्थे पॉइंट तो बाद एक पॉइंट आ रहा, इहदा मतलब 52 नहीं, असी 52 नहीं लिखांगे, 2 जिहड़ा वो एक्सट्रा मन्निया जाएगा। सो सिर्फ असी पॉइंट तो बाद सिर्फ एक डिजिट लगावांगे, पॉइंट तो बाद सिर्फ 5 आ गया, 77.5 सेंटीमीटर स्क्वेयर। सो इत्थे तक बच्चे असी एरर निकाल दिता। एरर निकालन तो बाद हुण असी मेन सॉरी एरिया निकाल दिता, हुण असी एरर निकालांगे। सो एरर किद्दां निकालांगे बेटा, एरिया मतलब डेल्टा ए, लेंथ किस तरीके नाल निकालांगे, डेल्टा L ओवर L प्लस डेल्टा B ओवर B मल्टीप्लाई बाय LB, ठीक है। LB असी निकाल दिता। हुण चाहे तुसी बच्चे मल्टीप्लाई करो, डिवाइड करो, कुछ भी करो, जिहड़ियां पिछे वालियां टर्म्स हुंदियां उन्हां नूं मल्टीप्लीकेशन दी टर्म दे विच इदां लिखिया जांदा, डेल्टा L ओवर L प्लस डेल्टा B ओवर B। हुण देखो जी डेल्टा L की आ तुहाडी 0.2, असी लिख दिता 0.2, L दी वैल्यू कितनी है 11.4, सो लिख दिता 11.4। डेल्टा B कितना है 0.4 डिवाइडेड बाय 6.8। सो आ सारी टर्म नूं सॉल्व किया और 77.5 ਦੇ ਨਾਲ ਜਦੋਂ ਅਸੀਂ ਇਹਨੂੰ ਸੋਲਵ ਕਰਾਂਗੇ ਫਾਈਨਲੀ ਸਾਡੇ ਕੋਲ ਕਿੰਨਾ ਆ ਜਾਏਗਾ 4.6। ਬੱਚੇ 4.6 ਅਸੀਂ ਡੈਲਟਾ A ਨਿਕਾਲਿਆ, ਜਿਹੜਾ ਛੋਟਾ ਜਿਹਾ ਏਰੀਆ ਆ। ਇਹਦਾ ਮਤਲਬ ਫਾਈਨਲੀ ਅਸੀਂ ਏਰੀਆ ਕਿੰਨਾ ਲਿਖਣਾ ਸੀ, ਕਿਉਂਕਿ ਅਸੀਂ LB ਦੀ ਫਾਰਮ ਦੇ ਵਿੱਚ ਲਿਖਣਾ। ਇੱਕ ਮੇਨ ਏਰੀਆ ਆ 77.5 प्लस माइनस करके असी डेल्टा भी निकालिया, डेल्टा ए कितना आया 4.6। सो आ आया बच्चे थोड़ा मेन आंसर। क्लियर हो गया। सो बच्चे मल्टीप्लाई जो भी करना हो हमेशा ही इदा ही सॉल्व करांगे। पहला एल बी मेन वैल्यूज़ नूं आपस च मल्टीप्लाई करना, जो डेल्टा वाली टर्म निकालनी आ तो हमेशा ही इदा करना है डेल्टा एल ओवर एल प्लस डेल्टा बी ओवर बी मल्टीप्लाई जितनी भी मेन टर्म आ एल बी की है मेन एरिया ना मल्टीप्लाई करके जो भी आंसर आएगा वो थोड़ा डेल्टा ए होएगा। डन, इत्थे तक हो गया बच्चे क्लियर। सो ये सिंपल MCQs सी। हुण आपां थोड़े जे तो कॉम्प्लीकेटेड ते चलदे हां। नेक्स्ट क्वेश्चन देखो, द टाइम पीरियड ऑफ ऑसिलेशन ऑफ अ सिंपल पेंडुलम इज t is equals to 2 pi under root L over G। measuring value of L is 20 centimeter। इत्थे बच्चे सानू L दी वैल्यू गिवन है 20 centimeter, known as 1 mm accuracy। मिलीमीटर एक्यूरेसी बच्चे सानू गिवन है। and time for 100 oscillation of the pendulum is found to be 90 seconds। सानू टाइम गिवन है 90 seconds using a
ਰਿਸਟ ਵਾਚ ਜਿਹੜੀ ਸਟਾਪ ਵਾਚ ਹੁੰਦੀ ਆ ਆਫ 1 ਸੈਕਿੰਡ ਰੈਜ਼ੋਲੂਸ਼ਨ, ਵਟ ਇਜ਼ ਐਕੂਰੇਸੀ ਇਨ ਡਿਟਰਮਿੰਗ ਜੀ। ਸੋ ਅਸੀਂ ਜੀ ਨਾਲ ਇਹਦੀ ਐਕੂਰੇਸੀ ਫਾਈਂਡ ਕਰਨੀ ਆ ਜਾਂ ਐਰਰ ਫਾਈਂਡ ਆਊਟ ਕਰਨਾ। ਸੋ ਬੱਚੇ ਇੱਦਾਂ ਦੇ ਨੂਮੈਰੀਕਲਸ ਜਿਹੜੇ ਆ ਮੋਸਟ ਇੰਪੋਰਟੈਂਟ ਆ, ਧਿਆਨ ਨਾਲ ਕਰ ਲੈਣਾ। ਸੋ ਜਿਹੜਾ ਤੁਹਾਡਾ ਐਪਲੀਕੇਸ਼ਨ ਬੇਸਡ ਵਿੱਚ ਨੂਮੈਰੀਕਲਸ ਆਉਣਗੇ ਬੱਚੇ, ਉਹ 'ਚ ਇੱਦਾਂ ਦੇ ਨੂਮੈਰੀਕਲਸ ਆ ਸਕਦੇ ਆ। ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਟੀ ਗਿਵਨ ਹੈ, ਅਸੀਂ ਲਿਖ ਲਿਆ ਟੀ ਇਜ਼ ਇਕੁਅਲਸ ਟੂ 2 ਪਾਈ ਅੰਡਰ ਰੂਟ ਐਲ ਓਵਰ ਜੀ। ਹੁਣ ਦੋਨਾਂ ਪਾਸੇ ਬੱਚੇ ਸਕੇਅਰ ਕਰ ਦਿੱਤਾ, ਜਦੋਂ ਸਕੇਅਰ ਕਰਾਂਗੇ ਤਾਂ ਕੀ ਆ ਜਾਏਗਾ ਟੀ ਸਕੇਅਰ, 2 2 ज़ा 4 ਪਾਈ ਸਕੇਅਰ, ਸਕੇਅਰ ਦੇ ਨਾਲ ਅੰਡਰ ਰੂਟ ਕੈਂਸਲ ਤਾਂ ਐਲ ਓਵਰ ਜੀ। ਸੋ ਫਾਈਨਲੀ ਸਾਡੇ ਕੋਲ ਕੀ ਬਚ ਗਿਆ, ਟੀ ਸਕੇਅਰ ਇਜ਼ ਇਕੁਅਲਸ ਟੂ 4 ਪਾਈ ਸਕੇਅਰ ਐਲ ਓਵਰ ਜੀ। ਇੱਥੋਂ ਬੱਚੇ ਜੀ ਦੀ ਵੈਲਿਊ ਨਿਕਾਲ ਲਓ, ਕਿਉਂਕਿ ਉਹਨਾਂ ਨੇ ਡਿਟਰਮਿਨ ਕਰਨ ਨੂੰ ਕਿਹਾ ਆ ਜੀ ਦੀ ਵੈਲਿਊ। ਸੋ ਜੀ ਇੱਧਰ ਚਲਾ ਗਿਆ ਔਰ ਟੀ ਇਹਦੇ ਪੈਰਾਂ 'ਚ ਚਲਾ ਗਿਆ। ਸੋ ਸਾਡੇ ਕੋਲ ਫਾਈਨਲੀ ਜੀ ਦੀ ਵੈਲਿਊ ਆ ਗਈ। ਹੁਣ ਅਸੀਂ ਪਰਸੈਂਟੇਜ ਐਰਰ ਲਗਾਉਣ ਲੱਗੇ ਹਾਂ। ਪਰਸੈਂਟੇਜ ਐਰਰ ਕਿਸ ਤਰੀਕੇ ਨਾਲ ਲਗਾਵਾਂਗੇ, ਜੀ ਦਾ ਕੀ ਬਣ ਜਾਏਗਾ ਡੈਲਟਾ ਜੀ ਓਵਰ ਜੀ। 4 ਪਾਈ ਸਕੇਅਰ ਇਜ਼ ਅ ਕੌਨਸਟੈਂਟ ਟਰਮ, ਸੋ ਇਹਨੂੰ ਅਸੀਂ ਕੰਸੀਡਰ ਨਹੀਂ ਕਰਾਂਗੇ। ਐਲ ਨੂੰ ਕਿੱਦਾਂ ਲਿਖਾਂਗੇ, ਡੈਲਟਾ ਐਲ ਓਵਰ ਐਲ। ਟੀ ਸਕੇਅਰ ਨੂੰ ਕਿੱਦਾਂ ਲਿਖਾਂਗੇ ਬੱਚੇ, 2 ਜਿਹੜਾ ਉਹ ਅੱਗੇ ਆ ਗਿਆ ਪਲੱਸ ਡੈਲਟਾ ਟੀ ਓਵਰ ਟੀ। ਚਾਹੇ ਬੱਚੇ ਐਲ ਓਵਰ ਟੀ ਸਕੇਅਰ ਆ ਤਾਂ ਵੀ ਪਲੱਸ ਦੇ ਨਾਲ ਲਿਖਾਂਗੇ, ਅਗਰ ਐਲ ਟੀ ਸਕੇਅਰ ਹੁੰਦਾ ਤਾਂ ਵੀ ਸੇਮ ਟਰਮ ਇਸ ਤਰੀਕੇ ਨਾਲ ਹੀ ਲਿਖਿਆ ਜਾਣਾ ਸੀ। ਚਾਹੇ ਮਲਟੀਪਲਾਈ ਹੋਵੇ ਚਾਹੇ ਡਿਵਾਈਡ ਹੋਵੇ, ਇਸ ਤਰੀਕੇ ਨਾਲ ਹੀ ਲਿਖਿਆ ਜਾਂਦਾ ਹੈ। ਸੋ ਅੱਗੇ ਅਸੀਂ ਲਿਖਿਆ ਡੈਲਟਾ ਜੀ ਓਵਰ ਜੀ ਦੀ ਵੈਲਿਊ ਬੱਚੇ ਅਸੀਂ ਫਾਈਂਡ ਆਊਟ ਕਰਨੀ, ਅਸੀਂ ਐਸ ਸੱਚ ਲਿਖ ਦਿੱਤਾ। ਕਿਉਂਕਿ ਅਸੀਂ ਪਰਸੈਂਟੇਜ ਐਰਰ ਨਿਕਾਲਣਾ ਤਾਂ ਅਸੀਂ ਕੀ ਕੀਤਾ, ਮਲਟੀਪਲਾਈ ਬਾਏ 100, ਸਾਰੇ ਪਾਸੇ 100 ਨਾਲ ਮਲਟੀਪਲਾਈ ਕਰ ਦਿੱਤਾ। ਹੁਣ ਸਾਨੂੰ ਆਲਰੇਡੀ ਬੱਚੇ ਵੈਲਿਊਜ਼ ਜਿਹੜੀਆਂ ਆ ਗਿਵਨ ਹੈ। ਐਲ ਦੀ ਵੈਲਿਊ ਕਿੰਨੀ ਆ 20 ਸੈਂਟੀਮੀਟਰ, ਡੈਲਟਾ ਐਲ ਕਿੰਨਾ ਆ 1 ਮਿਲੀਮੀਟਰ। ਐਲ ਦੀ ਵੈਲਿਊ ਕਿੰਨੀ ਆ 20 ਸੈਂਟੀਮੀਟਰ ਔਰ ਡੈਲਟਾ ਐਲ ਦੀ ਵੈਲਿਊ ਕਿੰਨੀ ਆ 1 ਮਿਲੀਮੀਟਰ। ਸੋ ਐਲ ਔਰ ਡੈਲਟਾ ਐਲ ਦੀ ਵੈਲਿਊ ਸਾਨੂੰ ਪਤਾ ਆ। ਹੁਣ ਧਿਆਨ ਦਿਓ ਬੱਚੇ, ਇਹ ਸੈਂਟੀਮੀਟਰ ਦਾ ਤਾਂ ਸੈਂਟੀਮੀਟਰ ਰਹਿੰਦੇ, ਤਾਂ ਮਿਲੀਮੀਟਰ ਨੂੰ ਸੈਂਟੀਮੀਟਰ 'ਚ ਕਨਵਰਟ ਕੀਤਾ ਤਾਂ 0.1 ਸੈਂਟੀਮੀਟਰ ਆ ਜਾਏਗਾ। ਠੀਕ ਹੈ ਜੀ। ਟੀ ਫॉर 100 ਓਸੀਲੇਸ਼ਨਸ, 100 ਓਸੀਲੇਸ਼ਨਸ ਦਾ ਟਾਈਮ ਕਿੰਨਾ ਸੀ 20 ਸੈਕਿੰਡਸ, ਅਤੇ ਡੈਲਟਾ ਇੱਕ ਛੋਟੀ ਜਿਹੀ ਦਾ ਕਿੰਨਾ ਟਾਈਮ ਸੀਗਾ 1 ਸੈਕਿੰਡ। ਸੋ ਇਹ ਵੀ ਬੱਚੇ ਸਾਨੂੰ ਗਿਵਨ ਹੈ। ਵੈਸੇ ਕਿੰਨਾ ਹੈ 90 ਸੈਕਿੰਡਸ। ਅਗਰ ਅਸੀਂ ਸਟਾਪ ਵਾਚ 'ਤੇ 1 ਸੈਕਿੰਡ ਦਾ ਕਾਊਂਟ ਕਰੀਏ ਰੈਜ਼ੋਲੂਸ਼ਨ, ਤਾਂ ਡੈਲਟਾ ਟੀ ਕਿੰਨਾ ਗਿਵਨ ਆ ਸਾਡਾ 1 ਸੈਕਿੰਡ। ਸੋ ਸਾਰੀਆਂ ਵੈਲਿਊਜ਼ ਤੁਹਾਨੂੰ ਗਿਵਨ ਆ, ਅਸੀਂ ਸਾਰੀਆਂ ਵੈਲਿਊਜ਼ ਬੱਚੇ ਪੁੱਟ ਕਰ ਦਿੱਤੀਆਂ। 0.1 ਓਵਰ 20, 2 ਦੀ ਜਗ੍ਹਾ 'ਤੇ 2 ਲਿਖ ਰਹੇ ਹਾਂ, ਤਾਂ ਡੈਲਟਾ ਟੀ ਸਾਡੇ ਕੋਲ ਕਿੰਨਾ ਆ 1 ਅਤੇ ਇਕੱਲਾ ਟੀ ਕਿੰਨਾ 90। ਸੋ ਸਾਰੇ ਨੂੰ ਸੋਲਵ ਕੀਤਾ ਤਾਂ ਸਾਡੇ ਕੋਲ ਆਨਸਰ ਆ ਗਿਆ 3%। ਠੀਕ ਹੈ ਜੀ ਬੱਚੇ, ਇੰਪੋਰਟੈਂਟ ਕੁਐਸਚਨ ਆ, ਧਿਆਨ ਨਾਲ ਕਰਨਾ। ਸੋ ਇਹਦੇ ਨਾਲ ਦਾ ਸੇਮ ਟੂ ਸੇਮ ਹੀ MCQs ਆ, ਖੁਦ ਟਰਾਈ ਕਰਕੇ ਦੇਖਣਾ। ਸੋ ਦੇਖ ਲਓ ਨੈਕਸਟ ਨੂਮੈਰੀਕਲ। The period of oscillation of a simple pendulum is t is equals to 2 pi under root L over G, where L is about 100 centimeter। ਬੱਚੇ ਇੱਥੇ L ਦੀ ਵੈਲਿਊ ਤੁਹਾਨੂੰ 100 ਸੈਂਟੀਮੀਟਰ ਗਿਵਨ ਆ ਐਂਡ ਇਜ਼ ਨੋਨ ਟੂ 1 ਮਿਲੀਮੀਟਰ ਐਕੂਰੇਸੀ। ਮੰਨ ਲਿਆ ਕਿ ਉਹਦੀ ਐਕੂਰੇਸੀ ਕਿੰਨੀ ਆ 1 ਮਿਲੀਮੀਟਰ। ਦ ਪੀਰੀਅਡ ਇਜ਼ ਅਬਾਊਟ 2 ਸੈਕਿੰਡ। ਅਗਰ ਉਹਦਾ ਟਾਈਮ ਜਿਹੜਾ ਆ 2 ਸੈਕਿੰਡ ਆ। ਦ ਟਾਈਮ ਆਫ 100 ਓਸੀਲੇਸ਼ਨ ਇਜ਼ ਮੈਜਰਡ ਬਾਈ ਅ ਸਟਾਪ ਵਾਚ। ਅਸੀਂ ਕਿਸੇ ਸਟਾਪ ਵਾਚ ਦੇ ਨਾਲ ਜਿਹੜਾ ਉਹਦਾ 100 ਸੈਂਟੀਮੀਟਰ ਕਹਿ ਲਓ ਮੈਜਰ ਕੀਤੀ ਉਹਦੀ ਓਸੀਲੇਸ਼ਨਸ, ਅਤੇ ਉਹਦੀ ਲੀਸਟ ਕਾਊਂਟ ਅਸੀਂ ਫਾਈਂਡ ਆਊਟ ਕੀਤੀ ਕਿ 0.1 ਸੈਕਿੰਡ ਆ। ਦ ਪਰਸੈਂਟੇਜ ਐਰਰ ਇਨ ਗ੍ਰਾਮਸ, ਅਸੀਂ ਉਹਦੀ ਪਰਸੈਂਟੇਜ ਐਰਰ ਨਿਕਾਲਣੀ ਆ ਕਿ ਕਿੰਨੀ ਹੋਏਗੀ। ਸੋ ਬੱਚੇ ਜਿੱਦਾਂ ਅਸੀਂ ਹੁਣੇ ਨੂਮੈਰੀਕਲ ਕਰਕੇ ਹਟਿਆ, ਸੇਮ ਟੂ ਸੇਮ ਉਹਦੇ ਵਰਗਾ ਹੀ ਆ। ਸੋ ਖੁਦ ਟਰਾਈ ਕਰਕੇ ਦੇਖੋ। ਮੈਂ ਇਹਦਾ ਆਨਸਰ ਦੱਸ ਦਿੰਦੀ ਹਾਂ ਬੱਚੇ, 0.2% ਆਏਗੀ। ਅਗਰ ਨਹੀਂ ਆਏਗੀ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਆ। ਅਦਰਵਾਈਜ਼ ਜਿਹੜਾ ਆਪਾਂ ਹੁਣੇ ਨੂਮੈਰੀਕਲ ਬੱਚੇ ਕਰਕੇ ਹਟਿਆ ਡਿਟੋ ਸੇਮ ਆ ਉਹਦੇ ਵਰਗਾ, ਕਰਕੇ ਜ਼ਰੂਰ ਦੇਖਣਾ। ਬੱਚੇ ਨੈਕਸਟ MCQs ਦੇਖੋ। ਬੇਸਡ ਅਪੋਨ ਸਿਗਨੀਫਿਕੈਂਟ ਫਿਗਰਸ ਅਸੀਂ ਲਾਸਟ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ। ਸੋ 28, 29, 30 ਜਿਹੜਾ ਕੁਐਸਚਨਸ ਆ ਬੱਚੇ ਅਸੀਂ ਲਾਸਟ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ। ਫਿਰ ਵੀ ਮੈਂ ਥਰਡ ਕੁਐਸਚਨ ਬੱਚੇ ਤੁਹਾਨੂੰ 30 ਕੁਐਸਚਨ ਨੰਬਰ ਦੱਸ ਦਿੰਦੀ ਹਾਂ, ਕਿਉਂਕਿ ਕਮੈਂਟ ਸੈਕਸ਼ਨ ਦੇ ਵਿੱਚ ਬੱਚਿਆਂ ਨੇ ਪੁੱਛਿਆ ਸੀ ਮੈਮ ਇਹਨੂੰ ਕਿੱਦਾਂ ਸੋਲਵ ਕਰਨਾ ਹੈ। ਸੋ 4 36.32 22.2 .301। ਠੀਕ ਹੈ। ਸੋ ਇਹਨੂੰ ਸੋਲਵ ਕੀਤਾ ਤਾਂ ਸਾਡੇ ਕੋਲ ਕਿੰਨਾ ਆ ਰਿਹਾ ਆ 8, ਇਹ ਸਾਡੇ ਕੋਲ ਆ ਗਿਆ 663.821।
ਹੁਣ ਦੇਖੋ ਉਹਨਾਂ ਨੇ ਨਾਲ ਹੀ ਲਾਈਨ ਲਿਖੀ ਹੈ ਟੇਕਿੰਗ ਸਿਗਨੀਫਿਕੈਂਟ ਫਿਗਰਸ ਇਨਟੂ ਅਕਾਊਂਟ ਮਤਲਬ ਘੱਟੋ ਘੱਟ ਵੈਲਿਊ ਕਿੰਨੀ ਆਈ, ਘੱਟੋ ਘੱਟ ਪੁਆਇੰਟ ਤੋਂ ਬਾਅਦ ਸਿਰਫ ਇੱਕ ਡਿਜਿਟ ਹੈ, ਇਹਦਾ ਮਤਲਬ ਸਿਰਫ ਇੱਕ ਡਿਜਿਟ ਤੱਕ ਹੀ ਤੁਸੀਂ ਆਨਸਰ ਲਿਖਣਾ ਹੈ। ਤਾਂ ਆਨਸਰ ਆਏਗਾ 663.8। ਸੋ ਆਨਸਰ ਆ ਜਾਏਗਾ ਬੀ ਆਪਸ਼ਨ। ਨੈਕਸਟ ਦੇਖੋ ਇਫ θ1 ਐਂਡ θ2 ਦੈਨ फाइंड करना θ2 माइनस θ1। सो θ2 बच्चे 20 चो 10 गए तो सीधा आ गया 10 आंसर। डेल्टा वाली टर्म नू ऑलवेज असी की करना हुंदा, ऐड करना हुंदा। सो डेल्टा थीटा मतलब कि 0.4 प्लस 0.1 कितना आ गया 10 प्लस माइनस 0.5। सो आंसर आ गया बच्चे थोड़ी डी ऑप्शन। ठीक है जी। नैक्सट देखो फिजिकल क्वांटिटी Z थोड़े को X थोड़े को गिवन आ, परसेंटेज एरर असी फाइंड आउट करना इन ABC। ਤੁਹਾਨੂੰ ਵੈਲਿਊਜ਼ A ਦੀ ਗਿਵਨ ਆ ਪਰਸੈਂਟੇਜ 1%, B ਦੀ ਵੈਲਿਊ ਗਿਵਨ ਆ 2%, 4 ਦੀ ਵੈਲਿਊ ਗਿਵਨ ਆ 4%, C ਦੀ ਵੈਲਿਊ, ਦੈਨ ਪਰਸੈਂਟੇਜ ਐਰਰ ਕਿੰਨਾ ਹੋਏਗਾ। ਸੋ ਪਰਸੈਂਟੇਜ ਐਰਰ ਕਿੱਦਾਂ ਨਿਕਾਲਾਂਗੇ, ਡੈਲਟਾ X ਓਵਰ X ਇਜ਼ ਇਕੁਅਲਸ ਟੂ, ਹੁਣ ਬੱਚੇ ਧਿਆਨ ਨਾਲ ਦੇਖੋ ਇੱਥੇ 2 ਆ ਤਾਂ 2 ਅੱਗੇ ਆ ਗਿਆ ਡੈਲਟਾ A ਓਵਰ A ਮਲਟੀਪਲਾਈ ਬਾय 100, ਮਲਟੀਪਲਾਈ ਬਾय 100 ਮਤਲਬ ਆ ਕੀ ਆ ਤੁਹਾਡੀ ਪਰਸੈਂਟੇਜ ਐਰਰ, ਵਿਚਕਾਰ ਲਿਖੋ ਪਲੱਸ ਮਾਈਨਸ। ਨੈਕਸਟ ਕੀ ਆ B ਰੇਜ਼ ਟੂ ਪਾਵਰ 2 ਅੱਗੇ ਆ ਗਿਆ, ਇੱਥੇ ਆ ਗਿਆ ਡੈਲਟਾ B ਓਵਰ B ਮਲਟੀਪਲਾਈ ਬਾय 100, ਮਲਟੀਪਲਾਈ 100 ਮਤਲਬ ਐਰਰ ਦੀ ਫਾਰਮ ਦੇ ਵਿੱਚ ਲਿਖ ਰਹੇ ਹਾਂ। √2 ਦਾ ਮਤਲਬ ਅੰਡਰ ਦਾ ਮਤਲਬ ਕੀ ਹੁੰਦਾ ਆ 1/2 ਡੈਲਟਾ C ਓਵਰ C ਮਲਟੀਪਲਾਈ ਬਾय 100। ਡਨ। ਹੁਣ ਧਿਆਨ ਨਾਲ ਦੇਖੋ ਬੱਚੇ ਡੈਲਟਾ A ਓਵਰ A ਇੰਟੂ 100 ਦੀ ਵੈਲਿਊ ਸਾਨੂੰ ਕਿੰਨੀ ਗਿਵਨ ਆ 1। ਸੋ ਅਸੀਂ ਲਿਖ ਰਹੇ ਹਾਂ 2 ਮਲਟੀਪਲਾਈ ਬਾय, ਸੋ ਅਸੀਂ ਲਿਖ ਰਹੇ ਹਾਂ 2 ਮਲਟੀਪਲਾਈ 1% प्लस माइनस फिर 2 सी मल्टीप्लाई। हुण बच्चे डेल्टा B ओवर B की वैल्यू कितनी गिवन आ 2%, असी लिख दिता 2% प्लस माइनस हाफ अगे कितना सी हाफ डेल्टा C ओवर C की वैल्यू कितनी गिवन आ 4%। सो 2 2 ज़ा 2, 2 1 ज़ा 2, 2 2 ज़ा 4। सो नैक्सट आ गया 2 1 ज़ा 2%, 2 2 ज़ा 4%, लास्ट कितना आ प्लस माइनस 2%। सो सब नू ऐड किया तो 8%। सो फाइनली साडे को बी आंसर आ गया 8%। सो नैक्सट क्वेश्चन ते चलते हैं। द परसेंटेज एरर इन अ मैजरमेंट ऑफ अ रेडियस ऑफ सफेयर इज़ 2%। 2% बच्चे साडे को गिवन है। द परसेंटेज एरर इन द मैजरमेंट ऑफ द सरफेस एरिया। हुण बच्चे सरफेस एरिया का फॉर्मूला की हुंदा आ, सरफेस एरिया हुंदा आ तुहाडे को 4/3 पाई आर स्क्वेयर। ठीक है जी। हुण असी परसेंटेज निकालनी है। सो परसेंटेज किद्दां निकालांगे, डेल्टा S ओवर S किद्दां निकालांगे, 4/3 पाई की है थोड़ी कॉन्स्टेंट टर्म, रह गया कला R। सो अगे आ गया 2 डेल्टा R ओवर R मल्टीप्लाई बाय 100। सो बच्चे आ सारी टर्म डेल्टा R ओवर R मल्टीप्लाई बाय 100 ये थानू कितनी गिवन आ 2%, कितना गिवन आ 2%। सो 2 इंटू 2 कितना आ जाएगा बच्चे थोड़ा 2 2 ज़ा 4%। सो 33 का थोड़ा बच्चे 4% आंसर आ जाएगा, मतलब कि डी ऑप्शन। डन। नैक्सट देखो इफ़ द परसेंटेज एरर इन द मैजरमेंट ऑफ द रेडियस ऑफ सफेयर इज़ 3%। मान लो कि थोड़े को परसेंटेज एरर आ उहदा रेडियस का सफेयर कितना है 3% आ, दैन द परसेंटेज एरर इन द मैजरमेंट ऑफ इट्स वॉल्यूम। हुण असीं तो वॉल्यूम पता करना, पहला एरिया क्या सी, हुण वॉल्यूम क्या आ, सेम ही रहेगा बच्चे। वॉल्यूम का फॉर्मूला की हुंदा 4/3 पाई आर क्यूब। ठीक है जी। नैक्सट असी परसेंटेज फाइंड करना, परसेंटेज ऑफ वॉल्यूम 4/3 पाई कॉन्स्टेंट टर्म इनू नहीं लिखांगे, 3 अगे आ गया डेल्टा R ओवर R मल्टीप्लाई बाय 100। वट इज़ डेल्टा R ओवर R कितना गिवन आ 3%। सो 3 मल्टीप्लाई बाय 3%, 3 3 ज़ा 9%, 9% मतलब कि थोड़ा सी आंसर आ जाएगा। सो बच्चे 34 का थोड़ा आंसर आ गया सी। डन। अगे चलो द नंबर ऑफ सिग्निफिकेंट फिगर्स बच्चे सिग्निफिकेंट दे असी लास्ट वीडियो दे विच ऑलरेडी कर चुके हैं। सो आप नैक्सट चलते हैं नैक्सट क्वेश्चन के उपर। नैक्सट क्वेश्चन आ बच्चे 40th क्वेश्चन जोड़ा है सिग्निफिकेंट फिगर का असी लास्ट वीडियो कर चुके हैं। 41 ते आ जाओ। 2 फिजिकल क्वांटिटीज़ A एंड B आर मैजर्ड विद द हैल्प ऑफ इंस्ट्रूमेंट। हुण साडे को A और B गिवन है, उन्होंने कहा कि A B की वैल्यू फाइंड आउट करो। बच्चे मल्टीप्लाई दे विच पता करनी आ। सो ध्यान नाल देखना, आ तुहाडी मेन वैल्यू है, दिस इज़ द डेल्टा वैल्यू। सिमिलरली आ भी डेल्टा मतलब डेल्टा B गिवन आ तुहानू, आ की आ तुहाडा B। ठीक है, आ की आ A डेल्टा A। हुण असी फॉर्मूला अप्लाई करन लगे बच्चे, फॉर्मूला कि लिखांगे AB
इज इक्वल्स टू ए मल्टीप्लाई बाय बी प्लस माइनस डेल्टा ए ओवर ए प्लस डेल्टा बी डिवाइडेड बाय बी। सो ਇਹਦੇ ਨਾਲ जो भी ਤੁਹਾਡਾ ਪਹਿਲੇ ਨੰਬਰ ਤੇ ਆਨਸਰ ਆਇਆ ਮਲਟੀਪਲਾਈ ਬਾय ए बी ਉਹ ਤੁਸੀਂ ਲਿਖਣਾ ਬੱਚੇ। ਇਹ ਫਾਰਮੂਲਾ ਆ, ਜਦੋਂ ਵੀ ए बी ਮਲਟੀਪਲਾਈ ਦੇ ਵਿੱਚ ਹੋਵੇ ਅਸੀਂ ਆਲਵੇਜ਼ ਇਹੀ ਫਾਰਮੂਲਾ ਲਗਾਉਣਾ। ਸੋ ਹੁਣ ਦੇਖੋ ए ਕਿੰਨਾ ਗਿਵਨ ਹੈ, ए ਕਿੰਨਾ ਗਿਵਨ ਹੈ 2.5 ਮਲਟੀਪਲਾਈ बी कितना गिवन है 0.10, डेल्टा ए कितना गिवन है, डेल्टा ए 0.5, सो 0.5 डिवाइडेड बाय 2.5 सेंटर च प्लस का साइन 0.01 डिवाइडेड बाय 0.10। ए बी का आंसर बच्चे दोनों को मल्टीप्लाई कर देना 2.5 मल्टीप्लाई बाय 0.10। ठीक है जी। सो इनू बच्चे सारा सॉल्व करके देखो। पहला इत्थे डेसीमल हटा दो, 0 आ गया, इधर डेसीमल्स हटा दो, 0 आ गया, 0 दे नाल 0 कैंसिल। सो 25/100 आ जाएगा। सो कट के आ गया 1 डिवाइडेड बाय 4। 1 डिवाइडेड बाय 4 मतलब 0.25। सो असी लिख सकते हैं 0.25 प्लस माइनस। हुण बच्चे प्लस माइनस आ, ਹੁਣ ਧਿਆਨ ਨਾਲ ਪਿਛਲੀ ਕੈਲਕੂਲੇਸ਼ਨ ਦੇਖੋ 0.5 डिवाइडेड बाय 2.5 पॉइंट ਦੇ ਨਾਲ पॉइंट ਕੱਟਿਆ ਗਿਆ, ਆ ਗਿਆ 5 डिवाइडेड बाय 25। ਸੋ ਉਹਨੂੰ ਅਸੀਂ ਕੱਟ ਕੇ ਲਿਖ ਸਕਦੇ ਹਾਂ 1/5। ਬੱਚੇ ਮੈਂ ਬੋਲ ਕੇ ਸੋਲਵ ਕਰ ਦਿੱਤਾ, ਧਿਆਨ ਨਾਲ ਸੁਣ ਲਓ। 0.5 ਆ डिवाइडेड बाय 2.5, पॉइंट ਦੇ ਨਾਲ पॉइंट कैंसिल आउट, बच गया 5/25। सो 5 1 ज़ा 5, 5 5 ज़ा 25, सो 1/5 बच गया। ठीक है। प्लस अगे देखो पॉइंट तो बाद 2 डिजिट्स अगे 0.01 डिवाइडेड बाय 0.10, मतलब कि पॉइंट दे नाल पॉइंट कटिया गया, फाइनली इत्थे बच गया 1/10। सो इत्थे मल्टीप्लाई किया आ गया 0.25 जो पहले नूं सॉल्व करके आया। जो एलसीएम लवांगे इत्थे आ जाएगा 2 + 1 मतलब कि 3/10। सो 3/10 नूं असी 25/100 दे नाल सॉल्व करके देखो। सो सारा सॉल्व करके देखिया बच्चे साडा आंसर आ जाएगा 0.25 प्लस माइनस 0.08 मीटर पर सेकेंड। सो सारा सॉल्व करके देख लेना बच्चे, थोड़ा डी ऑप्शन आ जाएगा 0.25 प्लस माइनस 0.08। क्लियर हो गया बच्चे? सॉल्व करके देख लेना, फिर भी प्रॉब्लम आएगी तो दस देना, तो मैं थोनों सारी कैलकुलेशन कली कली सॉल्व करके दिखा दूँगी। डन। सो इदा दे क्वेश्चनस बड़े बच्चे थोड़े MCQs ਜ਼ਰੂਰ ਤਿਆਰ ਕਰਕੇ ਜਾਣਾ। ਅਗਰ ਇਦਾਂ ਦੇ ਹੀ ਕਿਸੇ ਹੋਰ ਕੁਐਸਚਨ ਦੇ ਵਿੱਚ ਬੱਚੇ ਤੁਹਾਨੂੰ ਪ੍ਰੋਬਲਮ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ। ਹੁਣ ਤੁਸੀਂ ਡਿਸਕ੍ਰਿਪਸ਼ਨ ਦੇ ਅੰਦਰ ਜਾ ਕੇ ਤੁਹਾਨੂੰ ਲਿੰਕ ਮਿਲ ਜਾਏਗਾ ਮੌਕ ਟੈਸਟ ਦਾ, ਬੱਚੇ ਤੁਸੀਂ ਆਪਣਾ ਟੈਸਟ ਦੇ ਸਕਦੇ ਆ। ਥੈਂਕ ਯੂ ਸੋ ਮੱਚ।